ਬੇਰਹਿਮੀ ਨਾਲ ਮੇਰੇ ਬਜ਼ੁਰਗਾਂ ਨੂੰ, ਨੌਜਵਾਨਾਂ ਨੂੰ, ਭਰਾਵਾਂ ਨੂੰ ਇਸ ਤਰ੍ਹਾਂ ਕੁੱਟਿਆ ਗਿਆ ਜਿਵੇਂ ਕਿ ਅੰਗਰੇਜ਼ਾਂ ਦੇ ਸਮੇਂ ਦੇ ਹਾਲਾਤ ਯਾਦ ਆ ਗਏ। ਜੋ ਤੁਸੀਂ ਕਰ ਰਹੇ ਹੋ ਚੰਗਾ ਨਹੀਂ ਹੈ, ਤੇ ਤੁਹਾਡੇ ਵਾਸਤੇ ਚੰਗਾ ਨਹੀਂ ਹੈ, ਪਰ ਬਾਅਦ ਵਿੱਚ ਤੁਹਾਨੂੰ ਹਿਸਾਬ ਦੇਣਾ ਪਏਗਾ। ਸਾਨੂੰ ਜਿਸ ਤਰ੍ਹਾਂ ਕੁੱਟਿਆ ਗਿਆ, ਸੱਚੇ ਪਾਤਸ਼ਾਹ ਇਹ ਅੱਗ ਨਾਲ ਖੇਡ ਰਹੇ ਆ ਸਰਕਾਰ ਵਾਲੇ, ਅੱਗ ਨਾਲ। ਠੀਕ ਹੈ ਜੇ ਵਿਰੋਧ ਕਰ ਲਿਆ, ਵਿਰੋਧ ਸਾਡਾ ਵੀ ਕਈ ਵਾਰੀ ਕਰਦੇ ਆ ਕਿਸਾਨ ਭਰਾ, ਪਰ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਵਰਤਾਓ ਨਹੀਂ ਹੋਣਾ ਚਾਹੀਦਾ। ਜੇ ਉਹਦੀ ਨਿਗਾਹ ਸਵੱਲੀ ਹੋ ਗਈ ਤਾਂ ਇਹੋ ਜਿਹੇ ਹਜ਼ਾਰ ਮੋਦੀ ਤੇ ਹਜ਼ਾਰ ਖੱਟੜ ਉਹ ਸੱਚੇ ਪਾਤਸ਼ਾਹ ਉਖਾੜ ਫੇਂਕੂਗਾ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ? ਮਾਫੀ ਚਾਹੁੰਦਾ ਹੈ ਕਿ ਲਾਈਟ ਮੇਰੀ ਬੈਟਰੀ ਲੋ ਸੀਗੀ, ਸੋ ਇਸ ਕਰਕੇ ਮੈਂ ਤੁਹਾਡੇ ਨਾਲ ਲਾਈਵ ਵਿੱਚੇ ਕੱਟਿਆ ਗਿਆ ਸੀ। ਦੋਸਤੋ, ਅੱਜ ਦੇਸ਼ ਦੇ ਅੰਨਦਾਤਾ ਯਾਨੀ ਕਿ ਕਿਸਾਨ, ਜਿਹੜੇ ਕਿ ਪੂਰੇ ਦੁਨੀਆ ਦਾ ਤੇ ਦੇਸ਼ ਦਾ ਢਿੱਡ ਭਰਦੇ ਹੈ, ਅੱਜ ਉਹਨਾਂ ਨੂੰ ਬੇਰਹਿਮੀ ਦੇ ਨਾਲ ਭਾਜਪਾ ਸਰਕਾਰ, ਹਰਿਆਣੇ ਦੀ ਸਰਕਾਰ ਖੱਟਰ ਨੇ ਬੇਰਹਿਮੀ ਨਾਲ ਮੇਰੇ ਬਜ਼ੁਰਗਾਂ ਨੂੰ, ਨੌਜਵਾਨਾਂ ਨੂੰ, ਭਰਾਵਾਂ ਨੂੰ ਇਸ ਤਰ੍ਹਾਂ ਕੁੱਟਿਆ ਗਿਆ ਜਿਵੇਂ ਕਿ ਅੰਗਰੇਜ਼ਾਂ ਦੇ ਸਮੇਂ ਦੇ ਹਾਲਾਤ ਯਾਦ ਆ ਗਏ। ਕਿਉਂਕਿ ਹਲੇ ਅੰਗਰੇਜ਼ਾਂ ਦਾ ਸਮਾਂ ਤਾਂ ਨਹੀਂ ਵੇਖਿਆ, ਲੇਕਿਨ ਕਿਤਾਬਾਂ 'ਚ ਜ਼ਰੂਰ ਪੜ੍ਹਿਆ ਕਿ ਕਿਸ ਤਰ੍ਹਾਂ ਲੋਕਾਂ ਦੀ ਆਵਾਜ਼ ਦਬਾਈ ਜਾਂਦੀ ਸੀ, ਕਿਸ ਤਰ੍ਹਾਂ ਆਜ਼ਾਦੀ ਦੇ دیਵਾਨਿਆਂ ਨੂੰ ਫਾਂਸੀ ਤੇ ਚੜਾ ਦਿੱਤਾ ਜਾਂਦਾ ਸੀ, ਜਿਹੜੇ ਦੇਸ਼ ਦੀ ਗੱਲ ਕਰਦੇ ਸੀ, ਜਿਹੜੇ ਆਜ਼ਾਦੀ ਦੀ ਗੱਲ ਕਰਦੇ ਸੀ। ਕੋਈ ਨਾ ਕੋਈ ਬਹਾਨਾ ਬਣਾ ਕੇ ਕਿਸੇ ਨੂੰ ਕਾਲੇ ਪਾਣੀ ਭੇਜ ਦਿੱਤਾ ਗਿਆ। ਤੇ ਜਦੋਂ ਕਈ ਵਾਰੀ ਕਿਤਾਬਾਂ 'ਚ ਪੜ੍ਹੀਦਾ ਹੈ ਸਾਡੇ ਆਜ਼ਾਦੀ ਘੁਲਾਟੀਆਂ ਦਾ ਜੀਵਨ ਕਿੰਨਾ ਸੰਘਰਸ਼ਮਈ ਸੀ, ਤੇ ਉਦੋਂ ਰੂਹ ਕੰਬ ਉੱਠਦੀ ਹੈ। ਇੱਕ ਸਰੀਰ ਦੇ ਵਿੱਚ ਧੁਰਤਰੀ ਜੀ ਪੈਦਾ ਹੋ ਜਾਂਦੀ ਹੈ ਕਿ ਯਾਰ ਇਸ ਤਰ੍ਹਾਂ ਦੇ ਵੀ ਹਾਲਾਤ ਸਨ। ਅਸੀਂ ਤਾਂ ਕਿਸਮਤ ਵਾਲੇ ਆ ਕਿ ਸਾਨੂੰ ਗੁਲਾਮੀ ਵੇਖਣੀ ਨਹੀਂ ਪਈ, ਅਸੀਂ ਤਾਂ ਆਜ਼ਾਦ ਭਾਰਤ ਵਿੱਚ ਪੈਦਾ ਹੋਏ ਹਾਂ। ਲੇਕਿਨ ਮਗਰਲੇ ਕਈ ਮਹੀਨਿਆਂ ਤੋਂ ਦੇਸ਼ ਦਾ ਅੰਨਦਾਤਾ ਸਬਰ ਤੇ ਸੰਤੋਖ ਬਣਾ ਕੇ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਹੋਇਆ ਹੈ। ਲੇਕਿਨ ਦੁਸ਼ਮਣ, ਮੈਨੂੰ ਲੱਗਦਾ ਕਿ ਸ਼ਾਇਦ ਇਸ ਤਰ੍ਹਾਂ ਸ਼ਾਂਤਮਈ ਪ੍ਰੋਟੈਸਟ ਨੂੰ ਤਾਂ ਅੰਗਰੇਜ਼ ਵੀ ਹਾਂ ਦਾ ਨਾਰਾ ਮਾਰ ਦਿੰਦੇ ਸੀ। ਉਦੋਂ ਸ਼ਾਂਤਮਈ ਪ੍ਰੋਟੈਸਟਾਂ ਨੂੰ ਅੰਗਰੇਜ਼ ਵੀ ਸ਼ਾਇਦ ਹਾਂ ਦਾ ਨਾਰਾ ਮਾਰ ਦਿੰਦੇ ਹੋਣਗੇ। ਲੇਕਿਨ ਜਿਸ ਤਰ੍ਹਾਂ ਸਾਰੀ ਠੰਡ ਉਹ ਪੋਹ ਦੀਆਂ ਰਾਤਾਂ ਤੇ ਭਾਦੋਂ ਦੀ ਗਰਮੀ ਨੂੰ ਆਪਦੇ ਪਿੰਡੇ ਤੇ ਹੰਡਾ ਕੇ ਅੱਜ ਮੇਰੇ ਉਹਨਾਂ ਪਿਆਰੇ ਲੋਕਾਂ ਨੇ ਆਪਦੇ ਘਰ ਵਸਾ ਲਏ ਹੈ। ਤੇ ਕਈਆਂ ਨੇ ਤਾਂ ਟੀਚਾ ਮਿਥ ਲਿਆ ਕਿ ਮੇਰੀ ਉੱਥੋਂ ਲਾਸ਼ ਆਏਗੀ। ਸਾਡਾ ਕੋਈ ਬਹੁਤ ਵੱਡਾ ਯੋਗਦਾਨ ਨਹੀਂ ਹੈ, ਲੇਕਿਨ ਸਦਕੇ ਜਾਈਏ ਉਹਨਾਂ ਸੂਰਬੀਰ ਯੋਧਿਆਂ ਤੇ ਸਲਾਮ ਕਰਦਾ ਹਾਂ ਜਿਨ੍ਹਾਂ ਦੀ ਲੜਾਈ ਦੇ ਸਦਕਾ
ਦੇਸ਼ ਦੇ ਹੋਰ ਕਿਸਾਨ ਵੀ ਆਉਣ ਵਾਲੇ ਸਮੇਂ 'ਚ ਆਨੰਦ ਮਾਣਨਗੇ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜੇ ਲੜਾਈ ਲੜ ਰਹੇ ਆ। ਇੱਕ ਦਿਨ ਟਰਾਲੀ 'ਚ ਪੈਣਾ ਇਸ ਰੁੱਤ 'ਚ ਬੜਾ ਔਖਾ ਹੈ, ਇੱਕ ਦਿਨ ਟੈਂਟ 'ਚ ਪੈਣਾ ਬੜਾ ਔਖਾ ਹੈ। ਔਰ ਘਰਾਂ 'ਚੋਂ ਬਾਹਰ ਰਹਿਣਾ, ਬੇਸ਼ੱਕ ਹੋਟਲ ਹੋਣ, ਬੇਸ਼ੁਮਾਰ ਸਭ ਕੁਝ ਸੁਵਿਧਾਵਾਂ ਹੋਣ, ਇਸ ਦੇ ਬਾਵਜੂਦ ਆਪਦੇ ਘਰ ਤੇ ਆਪਦੇ ਪਰਿਵਾਰ ਨੂੰ ਛੱਡ ਕੇ ਕਈ ਮਹੀਨਿਆਂ ਤੋਂ ਇਸ ਤਰ੍ਹਾਂ ਕਰਨਾ ਬੜਾ ਔਖਾ ਹੈ ਦੋਸਤੋ। ਲੇਕਿਨ ਮੇਰੇ ਕਿਸਾਨ ਨੂੰ ਜਿਸ ਤਰ੍ਹਾਂ ਕੁੱਟਿਆ ਗਿਆ, ਸੱਚੇ ਪਾਤਸ਼ਾਹ ਇਹ ਅੱਗ ਨਾਲ ਖੇਡ ਰਹੇ ਆ ਸਰਕਾਰ ਵਾਲੇ, ਅੱਗ ਨਾਲ। ਠੀਕ ਹੈ ਜੇ ਵਿਰੋਧ ਕਰ ਲਿਆ, ਵਿਰੋਧ ਸਾਡਾ ਵੀ ਕਈ ਵਾਰੀ ਕਰਦੇ ਆ ਕਿਸਾਨ ਭਰਾ, ਪਰ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਵਰਤਾਓ ਨਹੀਂ ਹੋਣਾ ਚਾਹੀਦਾ। ਠੀਕ ਹੈ, ਲੜ ਲਿਆ, ਪੁਲਿਸ ਨੇ ਰੋਕ ਲਿਆ, ਚਲੇ ਗਏ, ਕੱਢਤਾ, ਉਹ ਇੱਕ ਪਾਸੇ ਬਹਿ ਗਏ, ਤੁਸੀਂ ਰਾਸਤਾ ਬਦਲ ਕੇ ਚਲੇ ਗਏ। ਲੇਕਿਨ ਜੋ ਤੁਸੀਂ ਕਰ ਰਹੇ ਹੋ ਚੰਗਾ ਨਹੀਂ ਹੈ, ਇਹ ਤੁਹਾਡੇ ਵਾਸਤੇ ਚੰਗਾ ਨਹੀਂ ਹੈ। ਪਰਮਾਤਮਾ ਨੂੰ ਹਿਸਾਬ ਦੇਣਾ ਪਏਗਾ। ਸੋ ਇਹ ਜ਼ਾਲਮ ਸਰਕਾਰ ਮੇਰੇ ਕਿਸਾਨ ਵੀਰਾਂ ਤੇ ਜਿਨ੍ਹਾਂ ਨੇ ਅਤਿਆਚਾਰ ਕੀਤਾ ਹੈ, ਸੱਚੇ ਪਾਤਸ਼ਾਹ ਦੇ ਘਰ ਦੇਰ ਹੈ ਅੰਧੇਰ ਨਹੀਂ। ਸਾਡੇ ਕੋਲ ਤਾਂ ਇਹੀ ਫਰਿਆਦ ਹੈ, ਕਿਉਂਕਿ ਮੋਦੀ ਐਡਾ ਜਾਬਰ ਹੋ ਗਿਆ ਹੈ ਕਿ ਉਹਨੂੰ ਲੋਕ ਵਿਖਦੇ ਹੀ ਨਹੀਂ, ਵਿਅਕਤੀ ਵਿਖਦਾ ਹੀ ਨਹੀਂ। ਇੰਨਾ ਵੱਡਾ ਜਾਬਰ ਇਨਸਾਨ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਉੱਤੇ ਮੈਂ ਸਮਝਦਾ ਕਿ ਕੋਈ ਅਹੁਦਾ ਨਹੀਂ, ਪਰ ਕੋਈ ਗੱਲ ਨਹੀਂ, ਸੱਚੇ ਪਾਤਸ਼ਾਹ ਤਾਂ ਹੈ ਨਾ। ਜੇ ਉਹਦੀ ਨਿਗਾਹ ਸਵੱਲੀ ਹੋ ਗਈ ਤਾਂ ਇਹੋ ਜਿਹੇ ਹਜ਼ਾਰ ਮੋਦੀ ਤੇ ਹਜ਼ਾਰ ਖੱਟੜ ਉਹ ਸੱਚੇ ਪਾਤਸ਼ਾਹ ਉਖਾੜ ਫੇਂਕੂਗਾ। ਸਾਡੇ ਕੋਲੇ ਤਾਂ ਇੰਨੀ ਤਾਕਤ ਨਹੀਂ ਹੈ, ਅਸੀਂ ਤਾਂ ਇੱਕ ਆਮ ਸਧਾਰਨ ਲੋਕ ਹਾਂ। ਲੇਕਿਨ ਪਰਮਾਤਮਾ ਕਿਰਪਾ ਕਰੇ ਉਹ ਦਿਨ ਵੀ ਤੁਹਾਨੂੰ ਜਲਦੀ ਦੇਖਣਾ ਪਊਗਾ। ਜਿੱਥੇ ਸੁਦਾਮ ਸੈਨ ਵਰਗੇ ਨਹੀਂ ਰਹੇ, ਉੱਥੇ ਮੋਦੀ ਸਾਹਿਬ ਨੇ ਕੀ ਰਹਿਣਾ। ਲੇਕਿਨ ਇਹ ਬੇਹੱਦ ਮਾੜੀ ਗੱਲ ਹੈ। ਮੋਦੀ ਸਾਹਿਬ, ਆਦਰਨੀय ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੈਂ ਬੇਨਤੀ ਕਰਦਾ, ਜਿਨ੍ਹਾਂ ਨੇ ਕੰਨਾਂ ਦੇ ਵਿੱਚ ਰੂੰ ਤੇ ਉਂਗਲਾਂ ਪਾ ਲਈਆਂ, ਕਿ ਕਿਰਪਾ ਕਰਕੇ ਜੇ ਕਾਲੇ ਕਾਨੂੰਨ ਵਾਪਸ ਨਹੀਂ ਲੈਣੇ ਤਾਂ ਆਪਦੇ ਲੋਕਾਂ ਨੂੰ ਕਹੋ ਕਿ ਇਹੋ ਜਿਹਾ ਵਤੀਰਾ ਮੇਰੇ ਕਿਸਾਨ ਨਾਲ ਨਾ ਕਰੋ, ਇਹੋ ਜਿਹਾ ਧੱਕਾ ਤੇ ਜ਼ਾਜ਼ਤੀ ਸਾਡੇ ਕਿਸਾਨਾਂ ਨਾਲ ਨਾ ਕਰੋ। ਮੇਰੀ ਇਹ ਪੂਰਨ ਆਪ ਨੂੰ ਬੇਨਤੀ ਕਰਨੀ ਚਾਹੁੰਦਾ ਹੱਥ ਜੋੜ ਕੇ। ਔਰ ਇਸ ਕਿਸਾਨ ਨੇ ਦਬਣਾ ਨਹੀਂ ਹੈ। ਉਹ ਹੋਰ ਲੋਕ ਹੈ ਜਿਹੜੇ ਮੁੜ ਆਇਆ ਕਰਦੇ ਨੇ। ਇਹ ਅਣਖੀ ਔਰ ਗੈਰਤ ਵਾਲੇ ਸੂਰਮੇ ਨੇ। ਇਹਨਾਂ ਦੀਆਂ ਮਾਵਾਂ ਨੇ ਇਹਨਾਂ ਨੂੰ ਦੁੱਧ ਚੁਗਾਉਂਦਿਆਂ ਇਹ ਗੱਲ ਸਿਖਾਈ ਹੈ ਕਿ ਮੁੜ ਵਾਪਸ ਲੜਾਈ ਛੱਡ ਕੇ ਜੇ ਆਉਣਾ ਹੈ ਤਾਂ ਫਤਿਹ ਹਾਸਲ ਕਰਕੇ ਆਉਣਾ, ਨਹੀਂ ਲੜ ਵਾਪਸ ਨਹੀਂ ਆਉਣਾ। ਸੋ ਕਿਸੇ ਨੇ ਲਿਖਿਆ खूबसूरत, मैं आपके किसान भरावां वास्ते कहना चाहना है, हो जिसके पाँव में ताकत वो चल के रहता है, हो जिसके पाँव में ताकत वो चल के रहता है, जमाना लाख गिराए वो संभल के रहता है, हो जिस चिराग में ताकत उजाला करने की, मोदी लाख बुझाए वो जल के रहता है, वो जल के रहता है। सो ਤੁਸੀਂ ਤਾਂ ਕੋਈ ਚੀਜ਼ ਨਹੀਂ ਇਹਨਾਂ ਨੂੰ ਰੋਕ ਨਹੀਂ ਸਕੋਗੇ। ਸੋ ਦੋਸਤੋ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਤੇ ਆਓ ਤਕੜੇ ਹੋ ਕੇ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨਾਂ ਦਾ ਸਾਥ ਦਈਏ, ਵੱਧ ਚੜ ਕੇ ਉੱਥੇ ਪਹੁੰਚੀਏ, ਔਰ ਜੋ ਉਹਨਾਂ ਦਾ ਸੁਨੇਹਾ ਹੁੰਦਾ ਉਹਨੂੰ ਹੁਕਮ ਸਮਝਦਿਆਂ ਹੋਇਆਂ ਉਹਦੀ ਪਾਲਣਾ ਕਰੀਏ। ਇਹ ਤੁਹਾਡਾ ਤੇ ਮੇਰਾ ਫਰਜ਼ ਬਣਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।
ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹ ਪਿਆਰ ਪਾਓ। ਕੀ ਤੁਹਾਡੀ ਕਿਸਮਤ ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਹੈ, तुरंत संपर्क करो। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 ਵਾਰ 골ਡ ਮੈਡਲਿਸਟ। ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ। ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ। ਇਲਮਾਂ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਦੀ ਗਾਰੰਟੀ, ਅਸ਼ਟਾਮ ਪੇਪਰ ਸਮੇਤ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ ਚ ਅਣਬਣ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।